प्यारे विद्यार्थियों, इस वीडियो विच असीं चर्चा करांगे कि भारत विच चोणां नूं साफ सुथरा रखण लई हुण तक किहड़े-किहड़े मुख स्टैप्स लै गए हन। भारत विच चोणां नाल संबंधित दो मुख कानून हन जो चोणां नूं रेगुलेट करदे हन। जन प्रतिनिधिता कानून 1950 ਅਤੇ दूसरा है जन प्रतिनिधिता कानून 1951। भारत विच चोणां नाल संबंधित पहला मुख सुधार मन्निया जा सकदा है चोण आयोग दीआं शक्तियां विच वाधा कीता जाना। जन प्रतिनिधिता कानून 1950 ਅਤੇ 1951 ਦੇ ਵਿੱਚ ਸੋਧ ਕਰਕੇ ਇਹ ਵਿਵਸਥਾ ਕੀਤੀ ਗਈ ਹੈ ਕਿ ਜਿਹੜਾ ਸਟਾਫ ਵੱਖੋ ਵੱਖਰੇ ਡਿਪਾਰਟਮੈਂਟਸ ਦੁਆਰਾ ਚੋਣਾਂ ਕੰਡਕਟ ਕਰਵਾਉਣ ਲਈ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਜਾਂਦਾ ਹੈ, ਉਹ ਚੋਣ ਅਮਲ ਦੇ ਦੌਰਾਨ ਇਲੈਕਸ਼ਨ ਕਮਿਸ਼ਨ ਕੋਲ ਡੈਪੂਟੇਸ਼ਨ ਤੇ ਸਮਝਿਆ ਜਾਵੇਗਾ। ਇਸ ਵਿਵਸਥਾ ਦੇ ਕਾਰਨ ਚੋਣ ਕਮਿਸ਼ਨ ਉਸ ਸਟਾਫ ਦੇ ਖਿਲਾਫ ਕੋਈ ਅਨੁਸ਼ਾਸਨੀ ਕਾਰਵਾਈ ਕਰ ਸਕਦਾ ਹੈ ਜੇ ਉਸ ਸਟਾਫ ਕੋਈ ਕੁਤਾਹੀ ਕਰਦਾ ਹੈ ਡਿਊਟੀ ਤੋਂ। ਇਸ ਵਿਵਸਥਾ ਦੀ ਵਿਆਖਿਆ ਕਰਦੇ ਹੋਏ ਸੁਪਰੀਮ ਕੋਰਟ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਚੋਣ ਕਮਿਸ਼ਨ ਕਿਸੇ ਅਧਿਕਾਰੀ ਨੂੰ ਮੁਅੱਤਲ ਜਾਂ ਸਸਪੈਂਡ ਵੀ ਕਰ ਸਕਦਾ ਹੈ। ਦੂਸਰਾ ਮੁੱਖ ਸੁਧਾਰ ਹੈ ਆਦਰਸ਼ ਚੋਣ ਜ਼ਾਬਤਾ ਲਾਗੂ ਕੀਤਾ ਜਾਣਾ। 1971 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਵਿਵਸਥਾ ਕੀਤੀ ਗਈ ਹੈ ਕਿ ਚੋਣ ਕਮਿਸ਼ਨ ਇੱਕ ਆਦਰਸ਼ ਚੋਣ ਜ਼ਾਬਤਾ ਲਾਗੂ ਕਰਦਾ ਹੈ। ਇਹ ਆਦਰਸ਼ ਚੋਣ ਜ਼ਾਬਤਾ ਹੈ ਜੋ ਉਹ ਇਲੈਕਸ਼ਨ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਤੁਰੰਤ ਬਾਅਦ ਲਾਗੂ ਹੋ ਜਾਂਦਾ ਹੈ। ਇਸ ਦਾ ਉਦੇਸ਼ ਹੁੰਦਾ ਹੈ ਕਿ ਸਾਰੇ ਉਮੀਦਵਾਰ, ਚਾਹੇ ਉਹ ਆਜ਼ਾਦ ਉਮੀਦਵਾਰ ਹੈ, ਚਾਹੇ ਕਿਸੇ ਪਾਰਟੀ ਦਾ ਉਮੀਦਵਾਰ ਹੈ, ਚਾਹੇ ਉਹ ਰੂਲਿੰਗ ਪਾਰਟੀ ਦਾ ਉਮੀਦਵਾਰ ਹੈ, ਉਹਨਾਂ ਲਈ ਸਾਰਿਆਂ ਲਈ ਮੁਕਾਬਲਾ ਬਰਾਬਰ ਦਾ ਹੋਵੇ। ਕੋਈ ਵੀ ਉਮੀਦਵਾਰ ਆਪਣੀ ਸ਼ਕਤੀ ਦੀ ਜਾਂ ਆਪਣੀ ਪੋਜੀਸ਼ਨ ਦੀ ਆਪਣੇ ਫੇਵਰ ਦੇ ਵਿੱਚ ਕੋਈ ਚੋਣ ਲਾਭ ਲੈਣ ਲਈ ਵਰਤੋਂ ਨਾ ਕਰ ਸਕੇ। ਚੋਣ ਜ਼ਾਬਤਾ ਦੱਸਦਾ ਹੈ ਕਿ ਕੈਂਡੀਡੇਟਸ ਕੀ ਕਰ ਸਕਦੇ ਹਨ, ਕੀ ਨਹੀਂ ਕਰ ਸਕਦੇ, ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਚੋਣ ਸਭਾਵਾਂ ਕੀਤੀਆਂ ਜਾ ਸਕਦੀਆਂ ਹਨ, ਕਿੱਥੇ ਚੋਣ ਸਭਾਵਾਂ ਕੀਤੀਆਂ ਜਾ ਸਕਦੀਆਂ ਹਨ, ਕਿੱਥੇ ਨਹੀਂ ਕੀਤੀਆਂ ਜਾ ਸਕਦੀਆਂ। ਇਸ ਤਰ੍ਹਾਂ ਸ਼ਾਂਤੀਪੂਰਵਕ ਮਾਹੌਲ ਬਣਾ ਕੇ ਰੱਖਣ ਲਈ ਚੋਣਾਂ ਦੇ ਦੌਰਾਨ ਆਦਰਸ਼ੀ ਚੋਣ ਜ਼ਾਬਤਾ ਜਾਰੀ ਕੀਤਾ ਜਾਂਦਾ ਹੈ ਅਤੇ ਸਖਤੀ ਨਾਲ ਲਾਗੂ ਕੀਤਾ ਜਾਂਦਾ ਹੈ। ਸਰਕਾਰ ਤੇ ਰੋਕ ਲਗਾ ਦਿੱਤੀ ਜਾਂਦੀ ਹੈ ਕਿ ਜਿੰਨਾ ਚਿਰ ਚੋਣ ਅਮਲ ਪੂਰਾ ਨਹੀਂ ਹੁੰਦਾ ਉਨਾ ਚਿਰ ਸਰਕਾਰ ਸਰਕਾਰੀ ਖਜ਼ਾਨੇ ਚੋਂ ਕੋਈ ਨਵੀਂ ਗ੍ਰਾਂਟ ਜਾਰੀ ਨਹੀਂ ਕਰ ਸਕਦੀ। ਅਤੇ ਆਦਰਸ਼ ਚੋਣ ਜ਼ਾਬਤਾ ਹੈ ਜੋ ਆਪਣੇ ਉਦੇਸ਼ ਵਿੱਚ ਕਾਫੀ ਹੱਦ ਤੱਕ ਸਫਲ ਵੀ ਰਿਹਾ ਹੈ। ਜਿੰਨਾ ਚਿਰ ਚੋਣ ਅਮਲ ਚੱਲਦਾ ਹੈ ਸਰਕਾਰਾਂ ਤੇ ਰੋਕ ਲੱਗ ਜਾਂਦੀ ਹੈ ਕਿ ਉਹ ਆਪਣੀ ਸ਼ਕਤੀ ਦੀ ਵਰਤੋਂ ਇਸ ਤਰੀਕੇ ਨਾਲ ਨਹੀਂ ਕਰ ਸਕਦੀਆਂ ਕਿ ਕੋਈ ਚੋਣਾਂ ਦੇ ਵਿੱਚ ਲਾਭ ਲਿਆ ਜਾ ਸਕੇ, ਕੋਈ ਰਾਜਨੀਤਿਕ ਲਾਭ ਪ੍ਰਾਪਤ ਕੀਤਾ ਜਾ ਸਕੇ। ਤੀਸਰਾ ਮੁੱਖ ਸੁਧਾਰ ਹੈ ਚੋਣ ਲੜਨ ਲਈ ਅਯੋਗਤਾਵਾਂ ਨਿਸ਼ਚਿਤ ਕਰਨਾ। ਚੋਣ ਪ੍ਰਣਾਲੀ ਨੂੰ ਸਾਫ਼ ਸੁਥਰੀ ਰੱਖਣ ਲਈ ਕੁਝ ਅਯੋਗਤਾਵਾਂ ਇਹਨਾਂ ਚੋਣ ਕਾਨੂੰਨਾਂ ਦੇ ਵਿੱਚ ਨਿਸ਼ਚਿਤ ਕੀਤੀਆਂ ਗਈਆਂ ਹਨ। ਜੇਕਰ ਕਿਸੇ ਉਮੀਦਵਾਰ ਸੰਬੰਧੀ ਸਿੱਧ ਹੋ ਜਾਂਦਾ ਹੈ ਕਿ ਚੋਣਾਂ ਦੌਰਾਨ ਉਸਨੇ ਭ੍ਰਿਸ਼ਟ ਤਰੀਕਿਆਂ ਦੀ ਵਰਤੋਂ ਕੀਤੀ ਹੈ, ਕਰਪਟ ਪ੍ਰੈਕਟਿਸਿਸ ਕੀਤੀਆਂ ਹਨ ਜਿਹੜੀਆਂ ਪ੍ਰੋਹਿਬਿਟਡ ਹਨ ਸਾਡੇ ਚੋਣ ਕਾਨੂੰਨਾਂ ਦੇ ਅਧੀਨ, ਤਾਂ ਉਸ ਨੂੰ ਸਦਨ ਦੀ ਮੈਂਬਰੀ ਤੋਂ ਵੰਚਿਤ ਕੀਤਾ ਜਾ ਸਕਦਾ ਹੈ। ਉਸ ਦੀ ਚੋਣ ਹੈ ਜਿਹੜੀ ਉਹ ਅਨਵੈਲਿਡ ਡਿਕਲੇਅਰ ਕੀਤੀ ਜਾ ਸਕਦੀ ਹੈ। ਜੇਕਰ ਕੋਈ ਉਮੀਦਵਾਰ ਆਪਣੀ ਚੋਣ ਤੇ ਕੀਤੇ ਗਏ ਖਰਚੇ ਦਾ ਹਿਸਾਬ ਕਿਤਾਬ ਇਲੈਕਸ਼ਨ ਕਮਿਸ਼ਨ ਨੂੰ ਨਹੀਂ ਦਿੰਦਾ ਤਾਂ ਵੀ ਉਸ ਦੀ ਚੋਣ ਹੈ ਜਿਹੜੀ ਉਹ ਅਵੈਧ ਕਰਾਰ ਦਿੱਤੀ ਜਾ ਸਕਦੀ ਹੈ। ਜੇ ਕੋਈ ਉਮੀਦਵਾਰ ਭਾਸ਼ਾ, ਧਰਮ ਅਤੇ ਜਾਤੀ ਦੇ ਆਧਾਰ ਤੇ ਅਸ਼ਾਂਤੀ ਫੈਲਾਉਣ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ, ਵਿਦੇਸ਼ੀ ਸਿੱਕਾ ਨਿਯਮਾਂ ਨੂੰ ਤੋੜਨ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਜਾਂ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ, ਤਾਂ ਅਜਿਹੇ ਵਿਅਕਤੀ ਨੂੰ ਵੀ 6 ਸਾਲ ਦੇ ਸਮੇਂ ਲਈ ਚੋਣ ਲੜਨ ਤੋਂ ਅਯੋਗ ਡਿਕਲੇਅਰ ਕੀਤਾ ਜਾ ਸਕਦਾ ਹੈ। ਚੌਥਾ ਮੁੱਖ ਸੁਧਾਰ ਹੈ ਰਾਜਨੀਤਿਕ ਦਲਾਂ ਦਾ ਪੰਜੀਕਰਨ ਜਾਂ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਜੋ ਰਜਿਸਟ੍ਰੇਸ਼ਨ ਹੈ ਚੋਣ ਕਮਿਸ਼ਨ ਕੋਲ ਕਰਵਾਉਣੀ ਪੈਂਦੀ ਹੈ। ਨਾਗਰਿਕਾਂ ਦਾ ਜਿਹੜਾ ਵੀ ਸਮੂਹ ਆਪਣੇ ਆਪ ਨੂੰ ਪੋਲੀਟੀਕਲ ਪਾਰਟੀ ਦੇ ਤੌਰ ਤੇ ਸੰਗਠਿਤ ਕਰਨਾ ਚਾਹੁੰਦਾ ਹੈ ਉਸ ਨੂੰ ਇਹ ਪੰਜੀਕਰਨ, ਇਹ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ। ਅਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਕੁਝ ਸ਼ਰਤਾਂ ਹਨ ਜਿਹੜੀਆਂ ਪੂਰੀਆਂ ਕਰਨੀਆਂ ਪੈਂਦੀਆਂ ਹਨ ਰਾਜਨੀਤਿਕ ਦਲ ਨੂੰ। ਸਭ ਤੋਂ ਪਹਿਲਾਂ ਤਾਂ ਹੈ ਉਸ ਗਰੁੱਪ ਨੂੰ, ਉਸ ਪਾਰਟੀ ਨੂੰ ਭਾਰਤ ਦੇ ਸੰਵਿਧਾਨ ਵਿੱਚ ਭਰੋਸਾ ਹੋਣਾ ਚਾਹੀਦਾ ਹੈ। ਜੇ ਸੰਵਿਧਾਨ ਵਿੱਚ ਭਰੋਸਾ ਨਹੀਂ ਹੈ ਤਾਂ ਉਸ ਨੂੰ ਰਾਜਨੀਤਿਕ ਦਲ ਦੇ ਤੌਰ ਤੇ ਰਜਿਸਟਰ ਨਹੀਂ ਕੀਤਾ ਜਾਵੇਗਾ। ਦੂਸਰਾ ਸ਼ਰਤ ਹੈ ਕਿ ਉਸ ਦਲ ਨੂੰ ਲੋਕਤੰਤਰ ਦੇ ਵਿੱਚ ਭਰੋਸਾ ਹੋਣਾ ਚਾਹੀਦਾ ਹੈ। ਤੀਸਰੀ ਕੰਡੀਸ਼ਨ ਹੈ ਉਸ ਨੂੰ ਸਮਾਜਵਾਦ, ਜਿਹੜਾ ਕਿ ਭਾਰਤੀ ਸੰਵਿਧਾਨ ਦਾ ਇੱਕ ਆਦਰਸ਼ ਹੈ, ਭਾਰਤੀ ਸੰਵਿਧਾਨ ਦੀ ਫਿਲਾਸਫੀ ਦਾ ਭਾਗ ਮੰਨਿਆ ਜਾਂਦਾ ਹੈ, ਉਸ ਵਿੱਚ ਯਕੀਨ ਹੋਣਾ ਚਾਹੀਦਾ ਹੈ। ਅਤੇ ਚੌਥਾ ਹੈ ਧਰਮ ਨਿਰਪੱਖਤਾ ਵਿੱਚ ਯਕੀਨ ਹੋਣਾ ਚਾਹੀਦਾ ਹੈ। ਇਹ ਸ਼ਰਤਾਂ ਪੂਰੀਆਂ ਕਰਤੇ ਹੀ ਕਿਸੇ ਗਰੁੱਪ ਨੂੰ ਪੋਲੀਟੀਕਲ ਪਾਰਟੀ ਦੇ ਤੌਰ ਤੇ ਇਲੈਕਸ਼ਨ ਕਮਿਸ਼ਨ ਰਜਿਸਟਰਡ ਕਰਦਾ ਹੈ। ਪੰਜਵਾਂ ਮੁੱਖ ਸੁਧਾਰ ਹੈ ਬੂਥਾਂ ਤੇ ਕਬਜ਼ਾ ਕਰਨ ਨੂੰ ਇੱਕ ਸੰਗੀਨ ਜੁਰਮ ਕਰਾਰ ਦਿੱਤਾ ਗਿਆ ਹੈ। ਸਾਡੇ ਦੇਸ਼ ਵਿੱਚ ਇਹ ਇੱਕ ਕੌੜੀ ਸੱਚਾਈ ਹੈ
ਕਿ ਅਪਰਾਧ ਅਤੇ ਰਾਜਨੀਤੀ ਦਾ ਗੱਠਜੋੜ ਅਕਸਰ ਚੋਣਾਂ ਦੇ ਦੌਰਾਨ ਚੋਣਾਂ ਨੂੰ ਗੰਧਲੀਆਂ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ। ਇਸ ਦਾ ਸਭ ਤੋਂ ਜੋ ਸੀਰੀਅਸ ਫਾਰਮ ਹੁੰਦਾ ਹੈ ਉਹ ਹੁੰਦਾ ਹੈ ਚੋਣ ਬੂਥਾਂ ਤੇ ਕਬਜ਼ਾ ਕਰਨਾ। ਚੋਣ ਬੂਥਾਂ ਤੇ ਕਬਜ਼ਾ ਹੈ ਜੋ ਚੋਣ ਬੂਥਾਂ ਤੇ ਕਬਜ਼ਾ ਕਰਕੇ ਵੋਟਰਾਂ ਦੇ ਵਿੱਚ, ਚੋਣ ਸਟਾਫ ਦੇ ਵਿੱਚ ਦਹਿਸ਼ਤ ਪੈਦਾ ਕੀਤੀ ਜਾਂਦੀ ਹੈ ਅਤੇ ਆਪਣੀ ਪਸੰਦ ਦੇ ਉਮੀਦਵਾਰ ਨੂੰ, ਜਿਸ ਨਾਲ ਕੋਈ ਸੈਟਿੰਗ ਹੁੰਦੀ ਹੈ ਇਹਨਾਂ ਅਪਰਾਧੀ ਕਿਸਮ ਦੇ ਲੋਕਾਂ ਦੀ, ਉਸ ਨੂੰ ਸਾਰੀਆਂ ਵੋਟਾਂ ਨੇ ਜੋ ਕਾਸਟ ਕੀਤੀਆਂ ਜਾਂਦੀਆਂ ਹਨ। ਸੰਸਦ ਨੇ 1949 ਦੇ ਵਿੱਚ ਜਨ ਪ੍ਰਤੀਨਿਧਤਾ ਕਾਨੂੰਨ 1951 ਵਿੱਚ ਸੋਧ ਕਰਕੇ ਇਹ ਵਿਵਸਥਾ ਕੀਤੀ ਹੈ ਕਿ ਜੇਕਰ ਕੋਈ ਉਮੀਦਵਾਰ ਜਾਂ ਉਸ ਦਾ ਏਜੰਟ ਜਾਂ ਕੋਈ ਸਮਰਥਕ ਚੋਣ ਬੂਥ ਤੇ ਕਬਜ਼ਾ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 6 ਮਹੀਨੇ ਤੋਂ ਲੈ ਕੇ 2 ਸਾਲ ਤੱਕ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ। 6ਵਾਂ ਮੁੱਖ ਸੁਧਾਰ ਹੈ ਮਤਦਾਤਾ ਪਹਿਚਾਣ ਪੱਤਰ ਜਾਰੀ ਕਰਨਾ। ਫੋਟੋ ਵਾਲੇ ਪਹਿਚਾਣ ਪੱਤਰ, ਵੋਟਰ ਕਾਰਡ ਸਾਰੇ ਵੋਟਰਾਂ ਨੂੰ ਥਰੂ ਆਊਟ ਇੰਡੀਆ ਜਾਰੀ ਕੀਤੇ ਗਏ ਹਨ ਚੋਣ ਕਮਿਸ਼ਨ ਦੁਆਰਾ। ਇਸ ਕਦਮ ਦੀ ਜਦੋਂ ਸ਼ੁਰੂਆਤ ਕੀਤੀ ਗਈ ਸੀ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਇਸ ਦਾ ਵਿਰੋਧ ਕੀਤਾ ਸੀ, ਕਿਹਾ ਸੀ ਕਿ ਇਹ ਪ੍ਰੈਕਟੀਕਲ ਨਹੀਂ ਹੈ, ਇੰਨੇ ਲੋਕਾਂ ਨੂੰ, ਇੰਨੇ ਵੋਟਰਾਂ ਨੂੰ ਫੋਟੋ ਵਾਲੇ ਆਈ ਕਾਰਡ ਜਾਰੀ ਨਹੀਂ ਕੀਤੇ ਜਾ ਸਕਣਗੇ। ਪਰੰਤੂ ਚੋਣ ਕਮਿਸ਼ਨ ਆਪਣੇ ਇਸ ਸਟੈਂਡ ਤੇ ਸਖਤ ਰਿਹਾ ਅਤੇ ਚੋਣ ਕਮਿਸ਼ਨ ਦੇ ਜੋ ਮੁਖੀ ਸੀ ਉਸ ਟਾਈਮ ਸ਼੍ਰੀ TN ਸ਼ੇਸ਼ਨ ਜੀ, ਉਹਨਾਂ ਨੇ ਇਸ ਨੂੰ ਪ੍ਰੈਕਟੀਕਲ ਰੂਪ ਦੇ ਕੇ ਦਿਖਾਇਆ। ਉਹਨਾਂ ਨੇ ਸ਼ੁਰੂਆਤ ਕੀਤੀ ਅਤੇ ਥੋੜੇ ਹੀ ਸਮੇਂ ਦੇ ਵਿੱਚ ਭਾਰਤ ਦੇ ਸਾਰੇ ਵੋਟਰਾਂ ਨੂੰ ਜੋ ਫੋਟੋ ਵਾਲੇ ਆਈ ਕਾਰਡ ਸੀ ਉਹ ਜਾਰੀ ਕੀਤੇ ਗਏ। ਇਸ ਨਾਲ ਜੋ ਜਾਲੀ ਵੋਟਾਂ ਦਾ ਅਮਲ ਹੈ ਉਹ ਕਾਫੀ ਹੱਦ ਤੱਕ ਉਸ ਨੂੰ ਰੋਕਣ ਦੇ ਵਿੱਚ ਸਹਾਇਤਾ ਮਿਲੀ ਹੈ। 7ਵਾਂ ਮੁੱਖ ਸੁਧਾਰ ਹੈ ਬੈਲਟ ਪੇਪਰ ਤੇ ਉਮੀਦਵਾਰਾਂ ਦੇ ਨਾਵਾਂ ਦੀ ਤਰਤੀਬ ਨਿਸ਼ਚਿਤ ਕੀਤੀ ਗਈ ਹੈ। ਪਹਿਲਾਂ ਜੋ ਤਰਤੀਬ ਹੁੰਦੀ ਸੀ ਉਹ ਇਸ ਤਰ੍ਹਾਂ ਹੁੰਦੀ ਸੀ ਕਿ ਸਭ ਤੋਂ ਪਹਿਲਾਂ A ਵਾਲੇ ਉਮੀਦਵਾਰ, ਫਿਰ B ਵਾਲੇ, ਫਿਰ C ਵਾਲੇ, ਅਲਫਾਬੈਟਿਕਲ ਆਰਡਰ ਹੁੰਦਾ ਸੀ ਉਮੀਦਵਾਰਾਂ ਦਾ, ਚਾਹੇ ਕੋਈ ਉਮੀਦਵਾਰ ਕਿਸੇ ਪੋਲੀਟੀਕਲ ਪਾਰਟੀ ਨਾਲ ਸੰਬੰਧਿਤ ਹੈ, ਚਾਹੇ ਕੋਈ ਆਜ਼ਾਦ ਉਮੀਦਵਾਰ ਹੈ। ਇਸ ਦਾ ਨੁਕਸਾਨ ਇਹ ਸੀ ਕਿ ਜਿਹੜੇ ਸੀਰੀਅਸ ਕੈਂਡੀਡੇਟਸ ਨੇ ਉਹਨਾਂ ਦੇ ਨਾਮਾਂ ਰਾਸ਼ੀ ਵਾਲੇ ਹੋਰ ਜਾਲੀ ਕੈਂਡੀਡੇਟਸ ਖੜੇ ਕਰਕੇ ਵੋਟਰਾਂ ਨੂੰ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਸਾਡੀ ਪਸੰਦ ਦਾ ਅਸਲੀ ਉਮੀਦਵਾਰ ਕਿਹੜਾ ਹੈ। ਇਸ ਲਈ ਹੁਣ ਚੋਣ ਕਮਿਸ਼ਨ ਨੇ ਵਿਵਸਥਾ ਕੀਤੀ ਹੈ ਕਿ ਸਭ ਤੋਂ ਪਹਿਲਾਂ ਤਾਂ ਬੈਲਟ ਪੇਪਰ ਤੇ ਰਾਸ਼ਟਰੀ ਪੋਲੀਟੀਕਲ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮ ਛਾਪੇ ਜਾਂਦੇ ਹਨ, ਉਸ ਤੋਂ ਬਾਅਦ ਸਟੇਟ ਲੈਵਲ ਦੀਆਂ ਪਾਰਟੀਆਂ ਦੇ ਨਾਮ ਛਾਪੇ ਜਾਂਦੇ ਹਨ ਤੇ ਉਸ ਤੋਂ ਬਾਅਦ ਜਿਹੜੀਆਂ ਪਾਰਟੀਆਂ ਨਾ ਸਟੇਟ ਲੈਵਲ ਦੀਆਂ ਨੇ ਨਾ ਨੈਸ਼ਨਲ ਲੈਵਲ ਦੀਆਂ ਨੇ ਪਰੰਤੂ ਰਜਿਸਟਰਡ ਨੇ ਇਲੈਕਸ਼ਨ ਕਮਿਸ਼ਨ ਕੋਲ, ਉਹਨਾਂ ਦੇ ਕੈਂਡੀਡੇਟਸ ਦੇ ਨਾਮ ਛਾਪੇ ਜਾਂਦੇ ਹਨ ਅਤੇ ਅਖੀਰ ਤੇ ਆਜ਼ਾਦ ਉਮੀਦਵਾਰਾਂ ਦੇ ਨਾਮ ਅੰਕਿਤ ਕੀਤੇ ਜਾਂਦੇ ਹਨ। ਇਸ ਤਰ੍ਹਾਂ ਜੋ ਸੀਰੀਅਸ ਕੈਂਡੀਡੇਟਸ ਨੇ, ਪੋਲੀਟੀਕਲ ਪਾਰਟੀਆਂ ਦੇ ਕੈਂਡੀਡੇਟਸ ਨੇ, ਉਹਨਾਂ ਦੇ ਨਾਮਾਂ ਨਾਲ ਮਿਲਦੇ ਜੁਲਦੇ ਨਾਮਾਂ ਵਾਲੇ ਉਮੀਦਵਾਰਾਂ ਨੂੰ ਖੜੇ ਕੀਤੇ ਜਾਣ ਦਾ ਜੋ ਰਾਜਨੀਤਿਕ ਲਾਹਾ ਲੈਣਾ ਚਾਹੁੰਦੇ ਸੀ ਰਾਜਨੀਤਿਕ ਪਾਰਟੀਆਂ, ਉਸ ਤੇ ਕਾਫੀ ਹੱਦ ਤੱਕ ਡੱਥ ਪਾਈ ਜਾ ਸਕੀ ਹੈ। 8ਵਾਂ ਸਾਡਾ ਮੁੱਖ ਸੁਧਾਰ ਹੈ ਵੋਟਰਾਂ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਉਮੀਦਵਾਰ ਦਾ ਪਿਛੋਕੜ ਜਾਣ ਸਕਦੇ ਹਨ ਕਿ ਉਹਨਾਂ ਦੀ ਕਿਸ ਤਰ੍ਹਾਂ ਦੀ ਬੈਕਗ੍ਰਾਉਂਡ ਹੈ। ਮਈ 2002 ਦੇ ਵਿੱਚ ਇੱਕ ਕੇਸ ਦਾ ਫੈਸਲਾ ਕਰਦੇ ਹੋਏ ਸਾਡੀ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਮਤਦਾਤਾਵਾਂ ਨੂੰ ਅਧਿਕਾਰ ਹੈ ਕਿ ਉਹ ਜਿੰਨੇ ਉਮੀਦਵਾਰ ਚੋਣ ਲੜ ਰਹੇ ਨੇ ਉਹਨਾਂ ਦਾ ਉਹ ਪਿਛੋਕੜ ਜਾਣ ਸਕਦੇ ਹਨ। ਇਸ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਹਰ ਉਮੀਦਵਾਰ ਨੂੰ ਇਹ ਜਾਣਕਾਰੀ ਦੇਣੀ ਹੋਵੇਗੀ ਕਿ ਕੀ ਉਸ ਤੇ ਕਦੇ ਕੋਈ ਅਪਰਾਧਿਕ ਮੁਕੱਦਮਾ ਚੱਲਿਆ ਹੈ, ਜੇ ਚੱਲਿਆ ਹੈ ਤਾਂ ਉਸ ਦਾ ਕੀ ਰਿਜ਼ਲਟ ਨਿਕਲਿਆ ਸੀ, ਉਸ ਨੂੰ ਬਰੀ ਕੀਤਾ ਗਿਆ ਸੀ ਜਾਂ ਉਸ ਨੂੰ ਸਜ਼ਾ ਹੋਈ ਸੀ ਜਾਂ ਉਸ ਨੂੰ ਜੁਰਮਾਨਾ ਹੋਇਆ ਸੀ। ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਉਮੀਦਵਾਰ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਅੱਜ ਤੋਂ 6 ਮਹੀਨੇ ਪਹਿਲਾਂ ਤੱਕ ਦੇ 6 ਮਹੀਨੇ ਦੇ ਸਮੇਂ ਤੱਕ ਕਿ ਉਸ ਵਿਰੁੱਧ ਕੋਈ ਅਪਰਾਧਿਕ ਮੁਕੱਦਮਾ ਦਰਜ ਹੋਇਆ ਹੈ, ਐਸਾ ਮੁਕੱਦਮਾ ਜਿਸ ਮੁਕੱਦਮੇ ਵਿੱਚ ਦੋਸ਼ੀ ਪਾਏ ਜਾਣ ਤੇ 2 ਸਾਲ ਜਾਂ ਉਸ ਤੋਂ ਵੱਧ ਦੀ ਸਜ਼ਾ ਮਿਲ ਸਕਦੀ ਹੋਵੇ। ਉਮੀਦਵਾਰ ਨੂੰ ਇਹ ਵੀ ਦੱਸਣਾ ਪਵੇਗਾ ਕਿ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਚੱਲ ਤੇ ਅਚਲ ਸੰਪਤੀ ਕਿੰਨੀ ਹੈ। ਉਮੀਦਵਾਰ ਨੂੰ ਇਹ ਵੀ ਦੱਸਣਾ ਪਵੇਗਾ ਕਿ ਉਸ ਦੀਆਂ ਸਰਕਾਰ ਅਤੇ ਵਿੱਤੀ ਸੰਸਥਾਵਾਂ ਪ੍ਰਤੀ ਕੀ ਦੇਣਦਾਰੀਆਂ ਨੇ, ਕੀ ਉਸਨੇ ਕੋਈ ਲੋਨ ਲਿਆ ਹੈ ਜਾਂ ਨਹੀਂ ਲਿਆ, ਜੇ ਲੋਨ ਲਿਆ ਹੈ ਤਾਂ ਕੀ ਉਹ ਡਿਫਾਲਟਰ ਹੈ ਜਾਂ ਉਸ ਦਾ ਭੁਗਤਾਨ ਸਹੀ ਤਰੀਕੇ ਨਾਲ ਕਰ ਰਿਹਾ ਹੈ। ਅਤੇ ਉਮੀਦਵਾਰ ਨੂੰ ਆਪਣੀਆਂ ਵਿਦਿਅਕ ਯੋਗਤਾਵਾਂ ਵੀ ਦੱਸਣੀਆਂ ਪੈਣਗੀਆਂ ਸਾਰੇ ਵੋਟਰਸ ਨੂੰ ਕਿ ਮੇਰੀ ਜੋ ਐਜੂਕੇਸ਼ਨ ਹੈ ਉਹ ਕਿੱਥੋਂ ਤੱਕ ਹੈ। 9ਵਾਂ ਸੁਧਾਰ ਹੈ ਉਮੀਦਵਾਰਾਂ ਦੁਆਰਾ ਆਪਣੇ ਪਰਿਵਾਰ ਦੀ ਸੰਪਤੀ ਦੇ ਵੇਰਵੇ ਦੇਣਾ ਜ਼ਰੂਰੀ ਕਰਾਰ ਦੇ ਦਿੱਤਾ ਗਿਆ ਹੈ ਦੁਬਾਰਾ ਫਿਰ ਤੋਂ, ਕਿਉਂਕਿ ਜਿਸ ਵਿਵਸਥਾ ਦੀ ਗੱਲ ਅਸੀਂ ਪਿੱਛੇ ਕਰਕੇ ਹਟੇ ਹਾਂ ਕਿ ਉਮੀਦਵਾਰਾਂ ਲਈ ਇਹ ਜਾਣਕਾਰੀ ਦੇਣੀ ਜ਼ਰੂਰੀ ਹੈ, ਇਹ ਵਿਵਸਥਾ ਹੈ ਜੋ ਸੁਪਰੀਮ ਕੋਰਟ ਨੇ 2002 ਦੇ ਵਿੱਚ ਕੀਤੀ ਸੀ ਇੱਕ ਕੇਸ ਦਾ ਫੈਸਲਾ ਕਰਦੇ ਸਮੇਂ। ਪਰੰਤੂ ਕਿਉਂਕਿ ਇਹ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੂੰ
ਅਫੈਕਟ ਕਰਦੀ ਸੀ ਇਹ ਵਿਵਸਥਾ। ਇਸ ਲਈ ਸਾਡੀਆਂ ਰਾਜਨੀਤਿਕ ਪਾਰਟੀਆਂ ਨੇ ਰਲ ਮਿਲ ਕੇ 2002 ਦੇ ਵਿੱਚ ਇੱਕ ਨਵਾਂ ਸੋਧ ਕਾਨੂੰਨ ਪੇਸ਼ ਕੀਤਾ ਸੰਸਦ ਦੇ ਵਿੱਚ ਤੇ ਫਿਰ ਪਾਸ ਕੀਤਾ ਤੇ ਵਿਵਸਥਾ ਕੀਤੀ ਗਈ ਕਿ ਸਾਰੇ ਉਮੀਦਵਾਰਾਂ ਨੂੰ ਜਾਣਕਾਰੀ ਦੇਣੀ ਜ਼ਰੂਰੀ ਨਹੀਂ ਹੋਵੇਗੀ ਕਿ ਮੇਰੀ ਕਿੰਨੀ ਪ੍ਰਾਪਰਟੀ ਹੈ, ਮੇਰੇ ਪਰਿਵਾਰ ਦੀ ਕਿੰਨੀ ਪ੍ਰਾਪਰਟੀ ਹੈ। ਸਿਰਫ ਜੋ ਜੇਤੂ ਉਮੀਦਵਾਰ ਹੈ ਉਸੇ ਨੂੰ ਇਹ ਜਾਣਕਾਰੀ ਦੇਣੀ ਜ਼ਰੂਰੀ ਹੋਵੇਗੀ ਤੇ ਉਹ ਵੀ ਚੋਣਾਂ ਤੋਂ ਪਹਿਲਾਂ ਇਹ ਜਾਣਕਾਰੀ ਦੇਣੀ ਜ਼ਰੂਰੀ ਨਹੀਂ ਹੋਵੇਗੀ। ਚੋਣ ਜਿੱਤਣ ਤੋਂ ਬਾਅਦ 3 ਮਹੀਨੇ ਦੇ ਅੰਦਰ ਅੰਦਰ ਉਹ ਇਹ ਜਾਣਕਾਰੀ ਦੇ ਸਕੇਗਾ। ਪਰੰਤੂ ਇਸ ਨਾਲ ਜੋ ਵੋਟਰ ਵੋਟ ਪਾ ਰਹੇ ਨੇ ਉਹਨਾਂ ਨੂੰ ਕੋਈ ਲਾਭ ਨਹੀਂ ਸੀ ਹੋਣਾ, ਕਿਉਂਕਿ ਜਾਣਕਾਰੀ ਹੈ ਜਿਹੜੀ ਉਹ ਇਲੈਕਸ਼ਨ ਤੋਂ ਬਾਅਦ 'ਚ ਦਿੱਤੀ ਜਾਣੀ ਸੀ। ਇਸ ਲਈ ਸਾਡੀ ਜੋ ਮਾਨਯੋਗ ਸੁਪਰੀਮ ਕੋਰਟ ਹੈ ਉਸ ਨੇ ਮਾਰਚ 2003 ਦੇ ਵਿੱਚ ਜੋ ਇਹ ਸੰਸਦ ਨੇ ਸੋਧ ਕੀਤੀ ਸੀ ਇਲੈਕਸ਼ਨ ਲਾਜ਼ ਦੇ ਵਿੱਚ ਉਸ ਨੂੰ ਰੱਦ ਕਰ ਦਿੱਤਾ ਅਤੇ ਇਸ ਗੱਲ ਤੇ ਆਪਣਾ ਸਟੈਂਡ ਸਪਸ਼ਟ ਕੀਤਾ ਕਿ ਨਹੀਂ, ਸਾਰੇ ਵੋਟਰਾਂ ਨੂੰ ਅਧਿਕਾਰ ਹੈ ਕਿ ਉਹ ਸਾਰੇ ਕੈਂਡੀਡੇਟਸ ਦੇ ਪਿਛੋਕੜ ਬਾਰੇ ਆਪਣੀ ਵੋਟ ਕਾਸਟ ਕਰਨ ਤੋਂ ਪਹਿਲਾਂ ਜਾਣਦੇ ਹੋਣੇ ਚਾਹੀਦੇ ਹਨ। ਇਸ ਲਈ ਨਾਮਜ਼ਦਗੀ ਪੱਤਰ ਦਾਖਲ ਭਰਨ ਵੇਲੇ ਹੀ ਸਾਰੇ ਉਮੀਦਵਾਰਾਂ ਨੂੰ ਇਹ ਸਪਸ਼ਟ ਕਰਨਾ ਪਵੇਗਾ ਕਿ ਉਹਨਾਂ ਦੀ ਅਤੇ ਉਹਨਾਂ ਦੇ ਪਰਿਵਾਰ ਦੀ ਸੰਪਤੀ ਹੈ ਜੋ ਉਹ ਕਿੰਨੀ ਹੈ। 10ਵਾਂ ਮੁੱਖ ਸੁਧਾਰ ਹੈ ਨੋਟਾਂ ਦਾ ਬਟਨ ਲਗਾਉਣਾ। ਹੁਣ ਜਦੋਂ ਕਿਉਂਕਿ ਬਹੁਤੀਆਂ ਇਲੈਕਸ਼ਨ ਸਾਡੀਆਂ EVM ਦੇ ਨਾਲ ਹੁੰਦੀਆਂ ਹਨ, ਇਸ ਲਈ ਅਸੀਂ ਇੱਥੇ ਬਟਨ ਦੀ ਹੀ ਗੱਲ ਕਰਦੇ ਹਾਂ ਕਿ ਜਿੰਨੇ ਵੀ ਕੈਂਡੀਡੇਟਸ ਹੁੰਦੇ ਨੇ ਇਲੈਕਸ਼ਨ ਲੜ ਰਹੇ, ਹਰ ਕੈਂਡੀਡੇਟਸ ਦੇ ਸਾਹਮਣੇ ਉਸ ਨੂੰ ਵੋਟ ਪਾਉਣ ਦਾ ਬਟਨ ਹੁੰਦਾ ਹੈ ਅਤੇ ਸਭ ਤੋਂ ਹੇਠਾਂ ਬਟਨ ਹੁੰਦਾ ਹੈ ਨੋਟਾ, ਜਿਸ ਦਾ ਮੀਨਿੰਗ ਹੁੰਦਾ ਹੈ ਨਨ ਆਫ ਦੀ ਅਬਵ, ਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੈਂਡੀਡੇਟ ਮੈਨੂੰ ਪਸੰਦ ਨਹੀਂ ਹੈ। ਇਹ ਵਿਵਸਥਾ ਨੋਟਾ ਦਾ ਬਟਨ ਲੱਗਣ ਤੋਂ ਪਹਿਲਾਂ ਵੀ ਸੀ ਕਿ ਕੋਈ ਵੋਟਰ ਜੇ ਚਾਹੇ ਤਾਂ ਸਾਰੇ ਹੀ ਕੈਂਡੀਡੇਟਸ ਨੂੰ ਰਿਜੈਕਟ ਕਰ ਸਕਦਾ ਹੈ, ਪਰੰਤੂ ਇਸ ਲਈ ਉਸ ਨੂੰ ਇੱਕ ਲੰਬਾ ਪ੍ਰੋਸੈਸ ਅਪਣਾਉਣਾ ਪੈਂਦਾ ਸੀ। ਜਿੱਥੇ ਆਮ ਵੋਟਰ ਜਾ ਕੇ ਸਿਰਫ ਬਟਨ ਦਬਾਉਣ ਦਾ ਕੰਮ ਕਰਦੇ ਸੀ ਮਸ਼ੀਨ ਦਾ, ਜਿਹੜਾ ਵੋਟਰ ਸਾਰੇ ਹੀ ਕੈਂਡੀਡੇਟਸ ਨੂੰ ਰਿਜੈਕਟ ਕਰਨਾ ਚਾਹੁੰਦਾ ਹੈ ਉਸ ਨੂੰ ਪੋਲਿੰਗ ਬੂਥ ਤੇ ਜਾ ਕੇ ਰਜਿਸਟਰ ਤੇ ਆਪਣੇ ਹਸਤਾਖਰ ਕਰਕੇ, ਜਿਸ ਤਰ੍ਹਾਂ ਸਾਰੇ ਵੋਟਰ ਕਰਦੇ ਹਨ, ਇਲੈਕਸ਼ਨ ਸਟਾਫ ਤੋਂ ਇੱਕ ਫਾਰਮ ਲੈਣਾ ਪੈਂਦਾ ਸੀ ਜਿਸ ਨੂੰ ਫਾਰਮ 49O 49O ਕਿਹਾ ਜਾਂਦਾ ਸੀ। ਜਿਹੜਾ ਵਿਅਕਤੀ ਫਾਰਮ 49O ਭਰ ਕੇ ਦੇ ਦਿੰਦਾ ਸੀ ਉਹ ਡਿਕਲੇਅਰ ਕਰ ਦਿੰਦਾ ਸੀ ਕਿ ਮੈਨੂੰ ਇਹਨਾਂ ਉਮੀਦਵਾਰਾਂ ਦੇ ਵਿੱਚੋਂ ਕੋਈ ਵੀ ਉਮੀਦਵਾਰ ਚੰਗਾ ਨਹੀਂ ਲੱਗਦਾ, ਕੋਈ ਵੀ ਪਸੰਦ ਨਹੀਂ ਹੈ। ਪਰੰਤੂ ਅਜਿਹਾ ਕਰਨ ਨਾਲ ਉਸ ਵਿਅਕਤੀ ਦੀ, ਉਸ ਵੋਟਰ ਦੀ ਪਹਿਚਾਣ ਸਾਰੇ ਚੋਣ ਸਟਾਫ ਦੇ ਵਿੱਚ, ਸਾਰੇ ਪੋਲਿੰਗ ਏਜੰਟਸ ਦੇ ਵਿੱਚ ਜ਼ਾਹਿਰ ਹੋ ਜਾਂਦੀ ਸੀ ਕਿ ਇਸ ਵਿਅਕਤੀ ਨੇ ਸਾਰੇ ਹੀ ਉਮੀਦਵਾਰਾਂ ਨੂੰ ਰਿਜੈਕਟ ਕੀਤਾ ਹੈ। ਅਜਿਹਾ ਕਰਨ ਨਾਲ ਇਹ ਵੀ ਉਸ ਵਿਅਕਤੀ ਦੀ, ਉਸ ਵੋਟਰ ਦੀ ਜੋ ਸੀਕ੍ਰੇਸੀ ਆਫ ਵੋਟ ਹੈ ਉਹ ਭੰਗ ਹੋ ਜਾਂਦੀ ਸੀ। ਇਹ ਵੀ ਹੋ ਸਕਦਾ ਹੈ ਕਿ ਬਾਅਦ ਦੇ ਵਿੱਚ ਉਸ ਨੂੰ ਰਾਜਨੀਤਿਕ ਦਲਾਂ ਦੁਆਰਾ, ਕੈਂਡੀਡੇਟਸ ਦੁਆਰਾ ਤੰਗ ਪਰੇਸ਼ਾਨ ਕੀਤਾ ਜਾਵੇ। ਪਰੰਤੂ ਹੁਣ ਇਲੈਕਸ਼ਨ ਕਮਿਸ਼ਨ ਨੇ ਜਿੱਥੇ ਉਮੀਦਵਾਰਾਂ ਦੇ ਨਾਮ ਹੁੰਦੇ ਨੇ ਉੱਥੇ ਹੀ ਸਾਰਿਆਂ ਤੋਂ ਥੱਲੇ ਇੱਕ ਨਵਾਂ ਬਟਨ ਲਾਉਣਾ ਸ਼ੁਰੂ ਕਰ ਦਿੱਤਾ ਹੈ ਨੋਟਾ ਦਾ। ਜੇ ਕੋਈ ਵਿਅਕਤੀ, ਜੇ ਕੋਈ ਵੋਟਰ ਸਾਰੇ ਹੀ ਕੈਂਡੀਡੇਟਸ ਨੂੰ ਰਿਜੈਕਟ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀ ਪਛਾਣ ਨੂੰ ਗੁਪਤ ਰੱਖਦੇ ਹੋਏ, ਆਪਣੀ ਵੋਟ ਦੀ ਪਛਾਣ ਨੂੰ ਗੁਪਤ ਰੱਖਦੇ ਹੋਏ ਸਭ ਤੋਂ ਜੋ ਨੀਚੇ ਵਾਲਾ ਬਟਨ ਹੈ ਕੈਂਡੀਡੇਟਸ ਦੇ ਉਸ ਨੂੰ ਦਬਾ ਸਕਦਾ ਹੈ ਅਤੇ ਸਾਰੇ ਹੀ ਉਮੀਦਵਾਰਾਂ ਨੂੰ ਰਿਜੈਕਟ ਕਰ ਸਕਦਾ ਹੈ। ਸਾਡੇ ਚੋਣ ਪ੍ਰਬੰਧ ਦਾ 11ਵਾਂ ਸੁਧਾਰ ਕਿਹਾ ਜਾ ਸਕਦਾ ਹੈ ਕਿ ਅਪਰਾਧੀ ਕਰਾਰ ਦਿੱਤੇ ਜਾਣ ਤੇ ਸਦਨ ਦੀ ਮੈਂਬਰਸ਼ਿਪ ਛੱਡਣੀ ਪੈਂਦੀ ਹੈ ਕਿਸੇ ਮੈਂਬਰ ਨੂੰ, MLA ਹੋਵੇ ਜਾਂ MP। ਜਿਹੜਾ ਸਾਡਾ ਜਨ ਪ੍ਰਤੀਨਿਧਤਾ ਕਾਨੂੰਨ 1951 ਹੈ ਉਸ ਨੇ ਆਮ ਵਿਅਕਤੀਆਂ ਅਤੇ MPs ਲਈ ਤੇ MLAs ਲਈ ਵੱਖੋ ਵੱਖਰੀਆਂ ਵਿਵਸਥਾਵਾਂ ਕੀਤੀਆਂ ਹੋਈਆਂ ਸੀ। ਇਸ ਐਕਟ ਦੇ ਸੈਕਸ਼ਨ 8 ਦੇ ਸਬਸੈਕਸ਼ਨ 3 ਦੇ ਵਿੱਚ ਵਿਵਸਥਾ ਸੀ ਕਿ ਜਿਸ ਵਿਅਕਤੀ ਨੂੰ 2 ਸਾਲ ਜਾਂ 2 ਸਾਲ ਤੋਂ ਵਧੇਰੇ ਦੇ ਸਮੇਂ ਲਈ ਸਜ਼ਾ ਹੋ ਗਈ ਹੋਵੇ ਉਹ ਵਿਅਕਤੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ 6 ਸਾਲ ਤੱਕ ਕਿਸੇ ਹਾਊਸ ਦੀ ਚੋਣ ਨਹੀਂ ਲੜ ਸਕਦਾ। ਪਰੰਤੂ ਇਹ ਵਿਵਸਥਾ, ਇਹ ਰੋਕ ਸਿਟਿੰਗ ਮੈਂਬਰਾਂ ਤੇ ਲਾਗੂ ਨਹੀਂ ਸੀ, MLAs ਅਤੇ MPs ਤੇ ਲਾਗੂ ਨਹੀਂ ਸੀ। ਇਸੇ ਹੀ ਸੈਕਸ਼ਨ ਦੇ ਸੈਕਸ਼ਨ 8 ਦੇ ਸਬਸੈਕਸ਼ਨ 4 ਦੇ ਵਿੱਚ ਵਿਵਸਥਾ ਸੀ ਕਿ ਜੇ ਕਿਸੇ ਸਿਟਿੰਗ MLA ਜਾਂ MP ਨੂੰ ਕਿੰਨੀ ਵੀ ਸਜ਼ਾ ਹੋ ਜਾਂਦੀ ਹੈ ਤਾਂ ਪਹਿਲਾਂ ਉਸ ਨੂੰ 3 ਮਹੀਨੇ ਦਾ ਸਮਾਂ ਦਿੱਤਾ ਜਾਏਗਾ ਉੱਪਰਲੀ ਅਦਾਲਤ ਦੇ ਵਿੱਚ ਅਪੀਲ ਕਰਨ ਲਈ, ਅਤੇ ਫਿਰ ਜਿੰਨਾ ਚਿਰ ਅਪੀਲ ਦਾ ਨਿਪਟਾਰਾ ਨਹੀਂ ਹੋ ਜਾਂਦਾ ਉਨਾ ਚਿਰ ਉਹ MLA ਜਾਂ MP ਹਾਊਸ ਦਾ ਮੈਂਬਰ ਬਣਿਆ ਰਹੇਗਾ। ਪਰੰਤੂ ਇਹ ਜੋ ਵਿਵਸਥਾ ਹੈ ਇਹ ਆਮ ਨਾਗਰਿਕਾਂ ਅਤੇ ਸਿਟਿੰਗ ਮੈਂਬਰ ਦੇ ਵਿੱਚ ਭੇਦਭਾਵ ਕਰਦੀ ਸੀ। ਇਸ ਲਈ ਸਾਡੀ ਮਾਨਯੋਗ ਸੁਪਰੀਮ ਕੋਰਟ ਨੇ 2013 ਦੇ ਵਿੱਚ ਇਹ ਆਦੇਸ਼ ਦਿੱਤਾ ਕਿ ਇੱਕ ਦੇਸ਼ ਦੇ ਵਿੱਚ ਆਮ ਲੋਕਾਂ ਅਤੇ MLAs ਤੇ MPs ਲਈ ਵੱਖੋ ਵੱਖਰੇ ਕਾਨੂੰਨ ਨਹੀਂ ਹੋ ਸਕਦੇ। ਇਸ ਲਈ ਜੇ ਕਿਸੇ ਮੈਂਬਰ ਨੂੰ 2 ਸਾਲ ਜਾਂ 2 ਸਾਲ ਤੋਂ ਵਧੇਰੇ ਦੀ ਸਜ਼ਾ ਹੁੰਦੀ ਹੈ ਤਾਂ ਉਸ ਨੂੰ ਆਪਣੀ ਸਦਨ ਦੀ ਮੈਂਬਰਸ਼ਿਪ ਛੱਡਣੀ ਪਵੇਗੀ। ਤੇ ਅਖੀਰ ਤੇ ਅਸੀਂ ਸਿੱਟਾ ਕੱਢ ਸਕਦੇ ਹਾਂ ਕਿ ਸਾਡੇ ਜਿਹੜੇ ਇਹ ਚੋਣ ਸੁਧਾਰ ਹੋਏ ਨੇ ਇਹ ਮੁੱਖ 3 ਸੋਮਿਆਂ ਤੋਂ ਹੋਏ ਨੇ। ਕੁਝ ਸੁਧਾਰ ਨੇ ਜਿਹੜੇ ਬਹੁਤ ਘੱਟ ਸੁਧਾਰ ਨੇ ਜਿਹੜੇ ਉਹ ਸੰਸਦ ਦੁਆਰਾ ਕੀਤੇ ਗਏ ਨੇ,
ਕੁਝ ਸੁਧਾਰ ਨੇ ਜਿਹੜੇ ਸਾਡੇ ਮਾਨਯੋਗ ਸੁਪਰੀਮ ਕੋਰਟ ਦੁਆਰਾ ਕੀਤੇ ਗਏ ਨੇ ਅਤੇ ਬਹੁਤੇ ਸੁਧਾਰ ਨੇ ਜਿਹੜੇ ਉਹ ਇਲੈਕਸ਼ਨ ਕਮਿਸ਼ਨ ਦੁਆਰਾ ਕੀਤੇ ਗਏ ਨੇ। ਇਲੈਕਸ਼ਨ ਕਮਿਸ਼ਨ ਦੇ ਵਿੱਚ ਵੀ ਇੱਕ ਸੁਨਹਿਰੀ ਯੁੱਗ ਰਿਹਾ ਹੈ 1990 ਤੋਂ ਲੈ ਕੇ 1996 ਤੱਕ ਦਾ, ਜਦੋਂ ਸਾਡੇ ਬਹੁਤ ਹੀ ਕਾਬਿਲ ਆਫੀਸਰ ਸਾਡੇ ਦੇਸ਼ ਦੇ ਸ਼੍ਰੀ TN ਸ਼ੇਸ਼ਨ ਜੀ ਸਾਡੇ ਮੁੱਖ ਚੋਣ ਕਮਿਸ਼ਨਰ ਰਹੇ ਨੇ। ਉਹਨਾਂ ਨੇ ਬਹੁਤੇ ਚੋਣ ਸੁਧਾਰ ਸਾਡੇ ਚੋਣ ਪ੍ਰਬੰਧ ਦੇ ਵਿੱਚ ਕੀਤੇ ਨੇ। ਜਿਹੜੇ ਸਾਡੇ ਕੁੱਲ ਮੁੱਖ ਚੋਣ ਸੁਧਾਰ ਹੋਏ ਨੇ ਹੁਣ ਤੱਕ, ਉਹਨਾਂ ਨੂੰ ਅਸੀਂ ਰਿਵਾਈਜ਼ ਕਰਦੇ ਹਾਂ। ਪਹਿਲਾ ਸੁਧਾਰ ਕਿਹਾ ਜਾ ਸਕਦਾ ਹੈ ਵੋਟਰਾਂ ਨੂੰ ਹੱਕ ਹੈ ਕਿ ਉਹ ਉਮੀਦਵਾਰ ਦੇ ਪਿਛੋਕੜ ਬਾਰੇ ਜਾਣ ਸਕਣ। ਦੂਸਰਾ, ਵੋਟਰ ਨੂੰ ਉਮੀਦਵਾਰ ਅਤੇ ਉਸਦੇ ਪਰਿਵਾਰ ਦੀ ਚੱਲ ਤੇ ਅਚਲ ਸੰਪਤੀ ਬਾਰੇ ਜਾਣਨ ਦਾ ਅਧਿਕਾਰ ਹੈ। ਤੀਸਰਾ, ਅਪਰਾਧੀਆਂ ਦੇ ਰਾਜਨੀਤੀ ਵਿੱਚ ਦਾਖਲੇ ਤੇ ਰੋਕਾਂ ਲਗਾਉਣ ਲਈ ਕੁਝ ਕਾਨੂੰਨ ਬਣਾਏ ਗਏ ਹਨ, ਕੁਝ ਆਰਡਰਸ ਪਾਸ ਕੀਤੇ ਗਏ ਹਨ। ਪੰਜਵਾਂ ਹੈ ਆਦਰਸ਼ ਚੋਣ ਜ਼ਾਬਤਾ ਲਾਗੂ ਕੀਤਾ ਜਾਂਦਾ ਹੈ ਚੋਣਾਂ ਤੋਂ ਪਹਿਲਾਂ, ਜਿਹੜਾ ਕੈਂਡੀਡੇਟਸ ਨੂੰ ਅਤੇ ਸਰਕਾਰ ਨੂੰ ਡਾਇਰੈਕਟ ਕਰਦਾ ਹੈ ਕਿ ਉਹ ਕੀ ਕਰ ਸਕਦੇ ਹਨ, ਕੀ ਨਹੀਂ ਕਰ ਸਕਦੇ ਇਲੈਕਸ਼ਨ ਦੇ ਦੌਰਾਨ। ਸਾਰੇ ਵੋਟਰਾਂ ਨੂੰ ਪੂਰੇ ਦੇਸ਼ ਦੇ ਵਿੱਚ ਫੋਟੋ ਵਾਲੇ ਆਇਡੈਂਟੀਟੀ ਕਾਰਡ ਇਸ਼ੂ ਕੀਤੇ ਗਏ ਹਨ। ਫਰਜ਼ੀ ਉਮੀਦਵਾਰਾਂ ਨੂੰ ਰੋਕਣ ਲਈ ਅਤੇ ਫਰਜ਼ੀ ਉਮੀਦਵਾਰਾਂ ਦੇ ਭੁਲੇਖੇ ਨੂੰ ਰੋਕਣ ਲਈ ਇਲੈਕਸ਼ਨ ਕਮਿਸ਼ਨ ਨੇ ਵਿਵਸਥਾ ਕੀਤੀ ਹੈ ਕਿ ਬੈਲਟ ਪੇਪਰ ਤੇ ਉਮੀਦਵਾਰਾਂ ਦੇ ਨਾਮ ਇੱਕ ਆਰਡਰ ਦੇ ਵਿੱਚ ਹੋਣਗੇ। ਪਹਿਲਾਂ ਨੈਸ਼ਨਲ ਲੈਵਲ ਦੀਆਂ ਪੋਲੀਟੀਕਲ ਪਾਰਟੀਆਂ ਦੇ ਕੈਂਡੀਡੇਟ, ਫਿਰ ਸਟੇਟ ਲੈਵਲ ਦੀਆਂ ਪੋਲੀਟੀਕਲ ਪਾਰਟੀਆਂ ਦੇ ਕੈਂਡੀਡੇਟਸ, ਫਿਰ ਰਿਕੋਗਨਾਈਜ਼ਡ ਪੋਲੀਟੀਕਲ ਪਾਰਟੀਆਂ ਦੇ ਕੈਂਡੀਡੇਟ ਤੇ ਲਾਸਟ ਤੇ ਆਜ਼ਾਦ ਉਮੀਦਵਾਰ। ਇਸ ਤਰ੍ਹਾਂ ਅਸੀਂ ਕਨਕਲੂਡ ਕਰ ਸਕਦੇ ਹਾਂ ਕਿ ਕਾਫੀ ਸਾਰੇ ਸੁਧਾਰ ਸਾਡੀ ਚੋਣ ਪ੍ਰਣਾਲੀ ਵਿੱਚ ਹੁਣ ਤੱਕ ਕੀਤੇ ਗਏ ਹਨ, ਪਰ ਅਜੇ ਵੀ ਕਾਫੀ ਕਮੀਆਂ ਸਾਡੀ ਚੋਣ ਪ੍ਰਣਾਲੀ ਵਿੱਚ ਮੌਜੂਦ ਹਨ। ਇਸ ਲਈ ਸਾਡੀਆਂ ਸਾਰੀਆਂ ਸੰਵਿਧਾਨਕ ਸੰਸਥਾਵਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਤਾਂ ਕਿ ਲੋਕਾਂ ਦਾ ਭਰੋਸਾ, ਵੋਟਰਾਂ ਦਾ ਭਰੋਸਾ ਚੋਣ ਅਮਲ ਦੇ ਵਿੱਚ ਅਤੇ ਲੋਕਤੰਤਰ ਦੇ ਵਿੱਚ ਕਾਇਮ ਰੱਖਿਆ ਜਾ ਸਕੇ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।